ਨਾਨਕ ਪਰਹਨ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਮਹਲਾ ਦੂਜਾ। ਆਪੇ ਸਾਜ ਕਰਿਆ ਜਾਈ ਪੈ ਰੱਖਿਆ ਤਿਸ ਵਿੱਚ ਜੰਤੂ ਪਾਇ ਕਾ ਦੇਖਾ ਥਾਪ ਉਥਾਪ ਕਿਸਨੋ ਕਿਸਨੂੰ ਕਹੀਆ ਨਾਨਕਾ। ਸਭ ਕਿਛ ਆਪੇ ਆਪੜੇ ਵਡਕਿਆਂ ਵਡਿਆਈਆਂ ਕਿਛ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ। ਦੇ ਦੀਆਂ ਰਿਜ਼ਕ ਸੰਭਾਏ ਸਾਇਕਾਰ ਕਮਾਵਣੀ ਤੋਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਹਰੀ। ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਰਜ਼ਾਏ 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 ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਬੜੇ ਵੱਡੇ ਕਿਆ ਵਡਿਆਈਆਂ ਕਿਛ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਸਾਏ ਕਰ ਕਮਾਵਣੇ ਤਰ ਛੋੜੇ ਤਨੈ ਪਾਏ ਨਾਨਕ ਕੀ ਬਾਰਿਓ ਦੂਜੀ ਨਹੀਂ ਜਾਏ। ਸੋ ਕਰੇ ਜਿਤ ਸਹਿ ਰਜ਼ਾਏ ਸੋ ਕਰੇ ਜਿਤ ਸਹਿ ਰਜ਼ਾਏ ਸੁਧ। ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ ਚੌਤਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਮੜਾ ਮਸਾਣ ਨਾ ਜਾਏ ਤ੍ਰਿਸ਼ਨਾ ਰਾਚ ਨਾਮ ਭਰ ਕਰ ਜਾਵਾ। ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ। ਸਹਿਜ ਰਤੇ ਮਨ ਭਾਈ ਤੂੰ ਆਪੇ ਦਾਨਾ ਆਪੇ ਬੀਨਾ। ਤੂੰ ਦੇਵੈ ਮਤ ਸਾਈ ਤੂੰ ਆਪੇ ਦਾਨਾ ਆਪੇ ਬੀਨਾ। ਤੂੰ ਦੇਵੈ ਮਤ ਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਪਾਵਨ ਸ਼ਬਦ ਅਸ਼ਟਪਦੀਆਂ ਦਾ ਸੋਰਠ ਰਾਗ ਵਿੱਚ ਹੈ
ਤੇ 634 ਤੋਂ ਆਰੰਭ ਹੋ ਕੇ 635 ਤੇ ਸੰਪੂਰਨ ਹੈ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ, ਚੌ ਤੁਕੀ। 4 ਤੁਕਾਂ ਤੋਂ ਬਾਅਦ ਇਹਦਾ ਨੰਬਰ ਆਉਂਦਾ, ਮਤਲਬ ਵੱਡਾ ਸ਼ਬਦ ਹੈ ਜੀ। ਸੋ ਕੁੱਲ 32 ਤੁਕਾਂ ਜਿਹੜੀਆਂ ਇਸ ਸ਼ਬਦ ਦੇ ਵਿੱਚ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਹਿਲੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਮੰਗਲ ਹੈ। ਉਹ ਇੱਕ ਹੈ, ਪ੍ਰਕਾਸ਼ਕ ਹੈ, ਸਤ ਹੈ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੈ। ਦੁਬਿਧਾ ਨਾ ਪੜੋ, ਹਰ ਬਿਨੇ ਹੋਰ ਨਾ ਪੂਜੋ, ਮੜਾ ਮਸਾਣ ਨਾ ਜਾਓ। ਉਪਦੇਸ਼ ਹੈ ਮਹਾਰਾਜ ਜੀ ਦਾ। ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਪਾਸੇ ਨਾ ਜਾਓ, ਕਿਸੇ ਦੀ ਪੂਜਾ ਨਾ ਕਰੋ। ਮੜੀਆਂ ਮਸਾਣਾਂ 'ਤੇ ਜਾਣਾ, ਐਵੇਂ ਦੁਬਿਧਾ ਨਾ ਰੱਖਿਓ ਮਨ ਵਿੱਚ, ਮੱਥਾ ਟੇਕੀਏ ਨਾ ਟੇਕੀਏ, ਇਸ ਗੱਲ ਲਈ ਦੁਬਿਧਾ ਹੀ ਨਾ ਰੱਖਿਓ, ਕਿਉਂਕਿ ਪੂਜਣਯੋਗ ਪਾਰ ਬ੍ਰਹਮ ਪਰਮੇਸ਼ਰ ਹੈ, ਗੁਰੂ ਹੈ, ਹੋਰ ਕੋਈ ਵੀ ਪੂਜਣਯੋਗ ਨਹੀਂ ਹੈ। ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬਜਾਈ। ਜਿਹੜੇ ਤ੍ਰਿਸ਼ਨਾਲੂ ਹੁੰਦੇ ਨੇ ਉਹ ਫਿਰ ਆਪਣਾ ਘਰ ਛੱਡ ਕੇ ਪਰਾਏ ਘਰ ਨੂੰ ਜਾਂਦੇ ਆ। ਜੇ ਸੰਤੋਖ ਹੈ, ਸੰਤੋਖ ਵਾਲਾ ਬੰਦਾ ਕਦੀ ਗੁਰੂ ਦਾ ਦਰ ਨਹੀਂ ਛੱਡਦਾ। ਜੇ ਤ੍ਰਿਸ਼ਨਾ ਵੱਧ ਗਈ ਹੈ ਫਿਰ ਗੁਰੂ ਦਾ ਦਰ ਵੀ ਛੱਡ ਦਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਤ੍ਰਿਸ਼ਨਾ ਦੇ ਵਿੱਚ ਰੁਚੀ ਨਾ ਰੱਖ ਭਾਈ, ਆਪੇ ਨਹੀਂ ਦੂਜੇ ਪਾਸੇ ਕਿਸੇ ਹੋਰ ਦਾ ਲੜ ਤੂੰ ਫੜੇਂਗਾ। ਤ੍ਰਿਸ਼ਨਾ ਨੂੰ ਕਿੱਦਾਂ ਬੁਝਾਉਣਾ? ਕਹਿੰਦੇ ਨਾਮ ਬੁਝਾਈ। ਨਾਮ ਦੇ ਨਾਲ ਨਾਮ ਜਪਿਆ ਕਰ, ਵੱਧ ਤੋਂ ਵੱਧ ਬਾਣੀ ਪੜ੍ਹਿਆ ਕਰ, ਤ੍ਰਿਸ਼ਨਾ ਆਪ ਹੀ ਬੁੱਝ ਜਾਣੀ ਹੈ। ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ। ਜਿਹੜਾ ਸਰੀਰ ਰੂਪ ਘਰ ਹੈ, ਇਹਦੇ ਵਿਚਲਾ ਜਿਹੜਾ ਹਿਰਦਾ ਘਰ ਹੈ, ਇਹ ਗੁਰੂ ਹੀ ਦਿਖਾ ਸਕਦਾ। ਕਹਿੰਦੇ ਜਿਸ ਨੂੰ ਹਿਰਦੇ ਘਰ ਦੀ ਸੋਝੀ ਪਈ, ਉਹ ਹਿਰਦੇ ਘਰ ਵਿੱਚ ਟਿਕਿਆ, ਟਿਕਾ ਬਣਿਆ, ਉੱਥੇ ਜਾ ਕੇ ਮਨ ਜਿਹੜਾ ਉਹ ਰਤ ਹੁੰਦਾ ਹੈ ਪਰਮਾਤਮਾ ਦੇ ਰੰਗ ਦੇ ਵਿੱਚ। ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵੈ ਮਤ ਸਾਈ। ਆਪ ਹੀ ਤੂੰ ਸਿਆਣਾ ਤੇ ਆਪ ਹੀ ਸਮਝਦਾਰ ਹੈ, ਤੇ ਆਪ ਹੀ ਮਤ ਦੇਣੇ ਵਾਲਾ। ਮਨ ਬੈਰਾਗ ਤੂੰ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਹੀ। ਹੇ ਮੇਰੇ ਸਤਿਗੁਰਾਂ, ਹੁਣ ਤੇਰੇ ਸ਼ਬਦ ਦੇ ਨਾਲ ਮੇਰਾ ਮਨ ਵਿਝ ਗਿਆ। ਹੁਣ ਕਿਰਪਾ ਕਰੋ, ਮੇਰੇ ਮਨ ਨੂੰ ਆਪਣੇ ਬੈਰਾਗ ਦੀ ਰੰਗਣ ਵਿੱਚ ਰੰਗ ਦਿਓ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਉ ਲਿਵ ਲਾਈ। ਜਦੋਂ ਬੈਰਾਗ ਦੇ ਵਿੱਚ ਮਨ ਨੂੰ ਰੰਗਦਾ ਹੈ ਨਾ, ਫਿਰ ਉਹ ਨਿਰੰਤਰ ਉਹਦੀ ਬਾਣੀ, ਉਹਦਾ ਸਿਮਰਨ ਚੱਲਦਾ ਹੈ। ਜਦੋਂ ਨਿਰੰਤਰ ਸਿਮਰਨ ਚੱਲਦਾ ਹੈ ਨਾ, ਸੱਚੇ ਨਾਲ ਲਿਵ ਲੱਗਦੀ ਹੈ, ਫਿਰ ਅੰਦਰਲੀ ਜੋਤ ਦਾ ਪ੍ਰਕਾਸ਼ ਹੁੰਦਾ। ਮਹਾਰਾਜ ਕਹਿੰਦੇ ਰਹਾਓ, ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੇ ਭਾਵੈ। ਅਨੇਕਾਂ ਨੇ ਬੈਰਾਗ ਕਰਨੇ ਵਾਲੇ, ਪਰ ਅਸਲ ਬੈਰਾਗੀ ਉਹ ਹੈ ਜਿਹੜਾ ਮਾਲਕ ਨੂੰ ਭਾ ਜਾਂਦਾ ਹੈ। ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਘਰ ਕਮਾਵੈ। ਜਿਹਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਹੈ, ਉਹ ਹਮੇਸ਼ਾ ਹੀ ਅਕਾਲ ਪੁਰਖ ਦੇ ਭੈ ਵਿੱਚ ਰਹਿੰਦਾ ਹੈ, ਤੇ ਗੁਰੂ ਦੀ ਦੱਸੀ ਹੋਈ ਸੇਵਾ ਉਹ ਕਮਾਉਂਦਾ ਹੈ। ਏਕੋ ਚੇਤੈ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ। ਜੇ ਇਹ ਮਨ ਇੱਕ ਨੂੰ ਹੀ ਚੇਤੇ ਕਰੇ ਹੈ ਨਾ, ਇਹ ਫਿਰ ਡੋਲਦਾ ਨਹੀਂ ਹੈ। ਸੋ ਮਨ ਨੂੰ ਰੋਕ ਕੇ ਰੱਖੀਦਾ ਹੁੰਦਾ। ਧਾਵਤ ਦੌੜਦੇ ਇਹਨੂੰ ਵਰਜ ਰਹਾਵਾ, ਵਰਜ ਕੇ ਰੱਖੀਦਾ। ਵਰਜੀ ਦਾ ਕਿੱਦਾਂ ਹੈ? ਕਹਿੰਦੇ ਗੁਰੂ ਦੇ ਉਪਦੇਸ਼ ਨਾਲ। ਸਹਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ। ਟਿਕਿਆ ਹੋਇਆ ਮਨ ਹੀ ਮਸਤੀ ਵਿੱਚ ਹੁੰਦਾ ਹੈ, ਹਮੇਸ਼ਾ ਉਹਦੇ ਰੰਗ ਵਿੱਚ ਰੰਗਿਆ ਰਹਿੰਦਾ, ਬਸ ਸੱਚੇ ਦੇ ਹੀ ਫਿਰ ਗੁਣ ਗਾਉਂਦਾ। ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਬਸੈ ਸੁਖ ਭਾਈ। ਇਹ ਜਿਹੜਾ ਮਨ ਆ ਪਾਉਣ ਵਾਂਗੂ ਚੰਚਲ ਹੈ, ਹਵਾ ਵਾਂਗੂ। ਬਿੰਦ ਹੁੰਦਾ ਥੋੜ੍ਹਾ ਜਿਹਾ ਸਮਾਂ ਵੀ, ਥੋੜ੍ਹਾ ਜਿਹਾ ਸਮਾਂ ਵੀ ਇਹ ਬਾਣੀ 'ਚ ਟਿਕ ਜਾਵੇ, ਨਾਮ 'ਚ ਟਿਕ ਜਾਵੇ, ਅਤੇ ਉਹ ਫਿਰ ਇਹਦੇ ਸਹਿਜ ਅਵਸਥਾ ਬਣਦੀ, ਸੁੱਖ ਮਿਲਦਾ, ਉਸ ਸੁੱਖ 'ਚ ਵਾਧਾ ਹੁੰਦਾ।
ਤੇ ਫਿਰ ਉਹ ਬਿੰਦਕ ਜਿੰਨਾ ਹੀ ਟਿਕਾ ਇਹਨੂੰ ਸੁੱਖ ਦੇ ਵਿੱਚ ਵਾਸਾ ਕਰਾ ਦਿੰਦਾ। ਪਾਤਸ਼ਾਹ ਕਹਿੰਦੇ ਜਿਹਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਝੀ ਤੁਝੈ ਬੁਝਾਈ। ਸੋ ਜਦੋਂ ਸਹਿਜ ਦੇ ਵਿੱਚ ਇਹ ਟਿਕਦਾ ਤੇ ਨਾਮ ਜਲ ਇਸ ਨੂੰ ਮਿਲਦਾ ਹੈ। ਨਾਮ ਜਲ ਦੇ ਨਾਲ ਤ੍ਰਿਸ਼ਨਾ ਅਗਨ ਬੁਝਦੀ ਹੈ। ਤੇ ਜਿਹਦੀ ਤ੍ਰਿਸ਼ਨਾ ਅਗਨ ਬੁਝਦੀ ਹੈ ਉਹ ਕਹਿੰਦਾ ਮਹਾਰਾਜ ਇਹ ਤੂੰ ਬੁਝਾਈ ਆ ਤ੍ਰਿਸ਼ਨਾ ਦੀ ਅੱਗ। ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਬੁਝ ਜਾਂਦੀ ਉਹਨਾਂ ਦੀ ਜੀਭ ਵੀ, ਅੱਖਾਂ ਵੀ, ਕੰਨ ਵੀ ਉਹ ਸੱਚ ਵਿੱਚ ਹੀ ਰੱਤੇ ਰਹਿੰਦੇ ਨੇ। ਕਹਿੰਦੇ ਆਸ ਨਿਰਾਸ ਰਹਿ ਬੈਰਾਗੀ ਨਿਜ ਘਰ ਧਾੜੀ ਲਾਈ। ਉਹ ਬੈਰਾਗੀ ਜਿਹੜੇ ਆਸਾ ਤੋਂ ਨਿਰਾਸ਼ ਰਹਿੰਦੇ ਨੇ, ਆਸਾ ਹੀ ਨਹੀਂ ਕਰਦੇ। ਚਲੋ ਆਸਾ ਪੂਰੀ ਹੋ ਗਈ ਠੀਕ ਹੈ, ਨਹੀਂ ਪੂਰੀ ਹੋਈ ਤਦ ਵੀ ਠੀਕ ਹੈ ਜੀ। ਬੈਰਾਗੀ ਹੋ ਗਿਆ ਆਸਾ ਤੋਂ, ਉਹੀ ਆਪਣੇ ਹਿਰਦੇ ਘਰ ਵਿੱਚ ਤਾੜੀ ਲਾਉਂਦੇ ਹੈ, ਸਮਾਧੀ ਲਾਉਂਦੇ, ਸੁਰਤੀ ਉਹਨਾਂ ਦੀ ਜੁੜਦੀ ਹੈ। ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆ ਹੋਈ। ਸੰਤੋਖ ਦੇ ਨਾਲ ਹੀ ਨਾਮ ਦੀ ਭਿਖਿਆ ਪ੍ਰਾਪਤ ਹੁੰਦੀ ਹੈ। ਤੇ ਫਿਰ ਇਹ ਰੱਜਦਾ। ਜਦੋਂ ਇਹ ਰੱਜਿਆ ਹੋਇਆ ਨਾਮ ਜਪਦਾ, ਕਿਸੇ ਪਾਸੇ ਦੀ ਤ੍ਰਿਸ਼ਨਾ ਨਹੀਂ ਜਾਂਦੀ, ਸੰਤੋਖ ਦੇ ਵਿੱਚ ਟਿਕਿਆ ਹੋਇਆ ਬੈਠਾ ਹੁੰਦਾ, ਫਿਰ ਸੋ ਇਹਦੀ ਅਵਸਥਾ ਹੀ ਇਸ ਨੂੰ ਫਿਰ ਅੰਮ੍ਰਿਤ ਪਿਲਾਉਂਦੀ। ਸਹਿਜ ਵਿੱਚ ਟਿਕਾਓ ਵਾਲੀ ਅਵਸਥਾ ਅੰਮ੍ਰਿਤ ਪਿਲਾਉਂਦੀ ਹੈ। ਦੁਬਿਧਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ। ਜਿੰਨਾ ਚਿਕਰ ਮਨ ਵਿੱਚ ਰਾਈ ਜਿੰਨਾ ਵੀ ਦਵੈਤ ਭਾਵ ਹੈ, ਦੂਜ ਹੈ ਰਾਈ ਜਿੰਨਾ ਵੀ, ਕਹਿੰਦੇ ਕਦੀ ਬੈਰਾਗ ਹੀ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਭਾਈ। ਸਾਰਾ ਸੰਸਾਰ ਤੇਰਾ, ਤੂੰ ਬਣਾਇਆ, ਸਭਨਾਂ ਦੀ ਦੇਖਭਾਲ ਵੀ ਤੂੰ ਕਰਦਾ, ਸਭਨਾਂ ਨੂੰ ਦਾਤਾਂ ਤੂੰ ਦਿੰਦਾ। ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਇੱਕ ਬਣਾਉਣੇ ਵਾਲਾ, ਇੱਕ ਦੇਖਭਾਲ ਕਰਨੇ ਵਾਲਾ, ਇੱਕ ਮਾਰਨੇ ਵਾਲਾ ਗੁਰਮਤਿ ਨਹੀਂ ਮੰਨਦੀ। ਗੁਰਮਤਿ ਕਹਿੰਦੀ ਇੱਕੋ ਹੀ ਬਣਾਉਣੇ ਵਾਲਾ, ਇੱਕੋ ਹੀ ਦੇਖਭਾਲ ਕਰਨੇ ਵਾਲਾ, ਇੱਕੋ ਹੀ ਖਤਮ ਕਰਨੇ ਵਾਲਾ, ਦੂਜਾ ਨਹੀਂ ਹੈ। ਮਾਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖਾਂ ਦੇ ਵਡਿਆਈ। ਜਿਹੜੇ ਮਾਨਮੁਖ ਨੇ ਉਹਦੀ ਸਿਫਤ ਸਲਾਹ ਨਹੀਂ ਕਰਦੇ, ਉਹਨੂੰ ਚੇਤੇ ਨਹੀਂ ਕਰਦੇ। ਜਿਹੜੇ ਮਾਨਮੁਖ ਜੰਤ ਨੇ ਹਮੇਸ਼ਾ ਦੁੱਖਾਂ ਦੇ ਵਿੱਚ ਉਹਨਾਂ ਦਾ ਵਾਸ ਹੁੰਦਾ ਹੈ। ਦੁੱਖ ਵਿੱਚ ਹੀ ਜਨਮ ਹੈ, ਦੁੱਖ ਵਿੱਚ ਹੀ ਜੀਵਨ ਹੈ, ਦੁੱਖ ਵਿੱਚ ਹੀ ਮੌਤ ਹੈ। ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਆਪਣੀ ਉਹ ਵਡਿਆਈ ਦੇ ਦਿੰਦਾ। ਸਿਫਤ ਸਲਾਹ ਕਰਕੇ ਆਪਣਾ ਦੁੱਖ ਉਹ ਕੱਟ ਲੈਂਦੇ ਨੇ। ਸਿਫਤ ਸਲਾਹ ਕਰਦੇ ਉਹਨਾਂ ਦੇ ਲੇਖੇ ਨਹੀਂ ਹੁੰਦੇ। ਉਹਨਾਂ ਦਾ ਜਨਮ ਵੀ ਸਫਲਾ, ਜੀਵਨ ਵੀ ਸਫਲਾ, ਉਹਨਾਂ ਦਾ ਮਰਨ ਵੀ ਸਫਲਾ ਹੋ ਜਾਂਦਾ। ਪਾਤਸ਼ਾਹ ਕਹਿੰਦੇ ਅਪਰਪਾਰ ਅਗੰਮ ਅਗੋਚਰ ਕਹਿਣਾ ਕੀਮ ਨਾ ਪਾਏ। ਉਹ ਪਰੇ ਤੋਂ ਪਰੇ ਆ ਪਰਮਾਤਮਾ, ਉਸ ਦਾ ਕੋਈ ਪਾਰਾਵਾਰ ਨਹੀਂ ਹੈ। ਅਗੰਮ ਉਸ ਤੱਕ ਪਹੁੰਚਿਆ ਨਹੀਂ ਜਾਂਦਾ। ਅਗੋਚਰ ਉਸ ਦੀ ਪਕੜ ਨਹੀਂ ਕੀਤੀ ਜਾ ਸਕਦੀ। ਕੋਈ ਵੀ ਉਸ ਦੀ ਵਡਿਆਈ ਕਰਕੇ ਕੀਮਤ ਨਹੀਂ ਪਾ ਸਕਦਾ। ਕਹਿਣ ਦੇ ਨਾਲ ਕੀਮਤ ਨਹੀਂ ਪਾਈ ਜਾਂਦੀ। ਕਹਿੰਦੇ ਸੁਨ ਸਮਾਧ ਮਹਾ ਪਰਮਾਰਥ ਤੀਨ ਭਵਨ ਪਤ ਨਾਮ। ਉਹ ਜਿਹੜਾ ਤਿੰਨਾਂ ਭਵਨਾਂ ਦਾ ਪਤੀ ਹੈ, ਤੱਤੇ ਨੇ ਸ਼ਹਿਰੀ ਤਿੰਨਾਂ ਭਵਨਾਂ ਦਾ ਪਤੀ ਜਿਹੜਾ, ਸੋ ਜਦੋਂ ਉਹਦੇ ਨਾਮ ਨੂੰ ਜਪੀਦਾ ਹੈ ਨਾ, ਤੇ ਫਿਰ ਸੁਨ ਸਮਾਧੀ ਵਿੱਚ ਜਾਂਦਾ ਹੈ। ਸੁਨ ਸਮਾਧੀ ਵਿੱਚ ਜਾਣਾ ਹੀ ਮਹਾ ਪਰਮਾਰਥ ਦਾ ਰਸਤਾ ਹੈ। ਜਿੰਨਾ ਚਿਰ ਸੁਨ ਸਮਾਧੀ ਨਹੀਂ, ਉਹਨਾਂ ਚਿਰ ਸੋ ਮਹਾ ਪਰਮਾਰਥ ਨਹੀਂ ਪ੍ਰਾਪਤ ਹੁੰਦਾ। ਇੱਕ ਹੁੰਦਾ ਪਰਮਾਰਥ ਦਾ ਰਸਤਾ, ਜਦੋਂ ਪਰਮਾਰਥ ਦੇ ਰਸਤੇ 'ਤੇ ਤੁਰਦਾ ਤਾਂ ਉਸ ਵੇਲੇ ਇਹਦੀ ਸਾਧਨਾ ਹੁੰਦੀ ਹੈ, ਯਤਨ ਕਰਦਾ, ਮਹਾ ਪਰਮਾਰਥ ਪ੍ਰਾਪਤ ਹੋ ਗਿਆ ਵੀ। ਹੁਣ ਉਹਨੂੰ ਸਮਾਧੀ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਸੋ ਜਿਹਨਾਂ ਤਿੰਨਾਂ ਭਾਵਨਾ ਜਿਹੜਾ ਮਾਲਕ ਆ, ਹੁਣ ਉਹਦੇ ਨਾਮ ਵਿੱਚ ਉਹਦੀ ਸੁਰਤ ਜੋੜਨ ਲੱਗ ਪਈ ਤੋ ਮਹਾ ਪਰਮਾਰਥ ਵਿੱਚ ਆ ਗਿਆ। ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮ। ਜਿਤਨੇ ਵੀ ਸੰਸਾਰ ਦੇ ਵਿੱਚ ਜੀਆ ਜੰਤ ਨੇ, ਜੋਨ ਵਿੱਚ ਆਏ ਹੋਏ ਨੇ, ਜੀਆ ਜਗ ਜੋਨੀ, ਉਹਨਾਂ ਸਾਰਿਆਂ ਦੇ ਮੱਥੇ ਦੇ ਲੇਖ ਨੇ। ਹਰ ਇੱਕ ਦੇ ਸਿਰ ਸਿਰ 'ਤੇ ਲੇਖ ਹੈ। ਉਸੇ ਅਨੁਸਾਰ ਹੀ ਸੋ ਉਹਨਾਂ ਦਾ ਜੀਵਨ ਹੁੰਦਾ ਜੀ। ਕਰਮ ਸੋ ਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮ।
ਆਪ ਹੀ ਕਰਮਾਂ ਦੇ ਵਿੱਚ ਰਹਿ ਕੇ ਕਰਮ ਕਰਾਉਂਦਾ, ਆਪ ਹੀ ਕਰਮਾਂ ਤੋਂ ਉੱਪਰ ਉੱਠ ਸ੍ਰੇਸ਼ਟ ਕਰਮ ਕਰਵਾਉਂਦਾ। ਅਤੇ ਸ੍ਰੇਸ਼ਟ ਕਰਮ ਕੀ? ਭਗਤ ਦ੍ਰਿੜਾਮ। ਸ੍ਰੇਸ਼ਟ ਕਰਮ ਕਰੇਗਾ ਤਾਂ ਭਗਤ ਦ੍ਰਿੜ ਹੋਊਗੀ, ਜੇ ਸ੍ਰੇਸ਼ਟ ਕਰਮ ਨਹੀਂ ਕਰੇਗਾ ਭਗਤੀ ਦ੍ਰਿੜ ਨਹੀਂ ਹੁੰਦੀ ਹੈ। ਸ੍ਰੇਸ਼ਟ ਕਰਮ ਯਤਨ ਕਰਨਾ, ਸਤਸੰਗ ਵਿੱਚ ਆਉਣ ਲਈ, ਬਾਣੀ ਪੜ੍ਹਨ ਲਈ, ਭਗਤੀ ਦਾ ਦ੍ਰਿੜ ਹੋ ਜਾਣਾ, ਬਾਣੀ ਵਿੱਚ ਸੁਰਤੀ ਲੱਗ ਜਾਣੀ, ਨਾਮ ਜਪਣ ਲੱਗ ਪੈਣਾ, ਨਾਮ ਦੇ ਵਿੱਚ ਸੁਰਤੀ ਲੱਗਣੀ। ਮਾਨਮੁਖ ਝੂਠ ਲਹੈ ਭੈ ਮਾਨ, ਆਪੇ ਗਿਆਨ ਅਗਾਮ। ਜਿਹੜਾ ਉਹਦੇ ਭੈ ਵਿੱਚ ਰਹਿ ਕੇ ਬੰਦਗੀ ਕਰਦਾ ਤੇ ਫਿਰ ਉਹਦੇ ਅਗੰਮ ਗਿਆਨ ਨੂੰ ਪ੍ਰਾਪਤ ਕਰਦਾ। ਜਿਹੜੇ ਮਨਮੁਖ ਨੇ ਉਹਨਾਂ ਦਾ ਡਰ ਹੀ ਨਹੀਂ ਖਤਮ ਹੁੰਦਾ ਸਾਰੀ ਜ਼ਿੰਦਗੀ। ਉਹਨਾਂ ਦੇ ਤਨ ਮਨ ਤੋਂ ਝੂਠ ਹੀ ਨਹੀਂ ਕਹਿੰਦੇ ਕਦੀ ਲੈਂਦੀ ਹੈ, ਤਨ ਮਨ ਝੂਠੇ ਹੀ ਰਹਿੰਦੇ ਉਹਨਾਂ ਦੇ। ਜਿਨ ਚਾਖਿਆ ਸਈ ਸਾਧ ਜਾਣਨ, ਜਿਉਂ ਗੂੰਗੇ ਮਿਠਿਆਈ। ਨਾਮ ਦਾ ਰਸ ਕਿੱਦਾਂ ਦਾ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਚਖਿਆ ਉਹੀ ਉਸ ਦੇ ਸਵਾਦ ਨੂੰ ਜਾਣਦੇ ਨੇ। ਜਿੱਦਾਂ ਗੂੰਗਾ ਜਿਹੜਾ ਮਠਿਆਈ ਚੱਖਦਾ ਸਵਾਦ ਤਾਂ ਜਾਣਦਾ, ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਨਾਮ ਦਾ ਸਵਾਦ ਜਿਨ੍ਹਾਂ ਨੂੰ ਆਉਂਦਾ ਹੈ ਚੱਖਦੇ ਤਾਂ ਹਨ ਅਤੇ ਫਿਰ ਉਹਨੂੰ ਪ੍ਰੋਪਰ ਨਹੀਂ ਦੱਸ ਸਕਦੇ ਵੀ ਕਿੱਦਾਂ ਦਾ, ਕਿਹਦੇ ਵਰਗਾ ਹੈ। ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਇ। ਉਹ ਫਿਰ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ ਉਹ ਕਹਿੰਦਾ ਵੀ ਰੱਬ ਤਾਂ ਕਥਨ ਤੋਂ ਬਾਹਰ ਆਇਆ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਅਤੇ ਉਹਦੇ ਹੁਕਮ ਵਿੱਚ ਜਿਹੜਾ ਚੱਲਣਾ, ਬਸ ਇਹੋ ਹੀ ਸਾਨੂੰ ਪਤਾ ਵੀ ਉਹਦੇ ਹੁਕਮ ਵਿੱਚ ਚੱਲਣਾ। ਇਹ ਨਹੀਂ ਸਵਾਲ ਨਹੀਂ ਹੈਗੇ ਵੀ ਆ ਕਿਉਂ ਕਰ ਦਿੱਤਾ, ਇਹ ਕਿਉਂ ਹੋ ਗਿਆ। ਨਹੀਂ, ਮੈਂ ਮਤਾ ਕੀਤਾ ਵੀ ਜਾਣਾ ਮੈਂ ਪੂਰਬ ਵਾਲੇ ਪਾਸੇ, ਕਹਿੰਦਾ ਪੱਛਮ ਵਾਲੇ ਪਾਸੇ, ਅਤੇ ਮੈਂ ਉਹਨੂੰ ਪੁੱਛਣ ਨਹੀਂ ਲੱਗਾ ਕਾਹਦੇ ਵਾਸਤੇ, ਨਹੀਂ ਹੁਕਮ ਮੰਨਣਾ। ਸੋ ਮੈਂ ਕੁਝ ਆਸ ਲਾਈ ਸੀ, ਮਿਲਦਾ ਕੁਝ ਹੈ। ਮੈਂ ਨਫੇ ਦੀ ਆਸ ਲਾਈ ਸੀ, ਹੋ ਗਿਆ ਨੁਕਸਾਨ। ਮੈਂ ਪੁੱਛਦਾ ਨਹੀਂ ਵੀ ਕਿਉਂ ਹੋਇਆ, ਨਹੀਂ ਉਹਦੀ ਰਜ਼ਾ ਵਿੱਚ ਚੱਲਣਾ। ਇਹ ਸਾਰੀਆਂ ਗੱਲਾਂ ਨੂੰ ਕਥਨ ਕੋਈ ਕਰ ਸਕਦਾ? ਨਹੀਂ ਕਰ ਸਕਦਾ। ਉਹਦੀ ਖੇਡ ਜੀਆਂ ਦੇ ਦੁਆਰਾ ਵਰਤਦੀ ਹੈ ਸਾਰੀ ਰੱਬ ਦੀ ਖੇਡ। ਸੋ ਜੀਆਂ ਨੂੰ ਆਪਣੀ ਜ਼ਿੰਦਗੀ ਨੂੰ ਦੇਖ ਸਕਦੇ, ਉਹਦੀ ਖੇਡ ਹੈ। ਜਿਹੜੀ ਸਾਡੀ ਲਾਈਫ ਹੈ ਉਹਦੀ ਖੇਡ ਹੈ। ਇਹਨੂੰ ਕੋਈ ਕਥਨ ਕਰ ਸਕਦਾ? ਅਸੀਂ ਆਪਣੀ ਲਾਈਫ ਨਹੀਂ ਕਥਨ ਕਰ ਸਕਦੇ। ਸੋ ਰਜ਼ਾ ਵਿੱਚ ਚੱਲਣਾ। ਜਦੋਂ ਇਹਦੀ ਕਥਨ ਵਿੱਚ ਪਵਾਂਗੇ ਅਤੇ ਉਸ ਵੇਲੇ ਅਸੀਂ ਉਲਝ ਜਾਵਾਂਗੇ। ਰਜ਼ਾ ਵਿੱਚ ਚੱਲਾਂਗੇ ਕੁਛ ਨਹੀਂ ਉਲਝਦਾ। ਵੀ ਕਹਿੰਦੇ ਗੁਰਦਾਤਾ ਮਿਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਕਾਈ। ਜੇ ਗੁਰੂ ਦਾਤੇ ਦੇ ਨਾਲ ਮੇਲ ਹੋ ਜਾਵੇ ਫੇਰ ਕਿਤੇ ਜਾ ਕੇ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ ਗੁਰੂ ਹੀ ਧਾਰਨ ਨਹੀਂ ਕੀਤਾ ਉਹਨੂੰ ਮਤ ਕਾਹਦੀ? ਉਹਦੇ ਪੱਲੇ ਕੋਈ ਬੁੱਧ ਨਹੀਂ, ਕੋਈ ਮਤ ਨਹੀਂ ਹੁੰਦੇ। ਕਹਿੰਦੇ ਉਹ ਸਿਆਣਾ ਨਹੀਂ ਹੁੰਦਾ, ਮੂਰਖ। ਜਿਉਂ ਚਲਾਏ ਤਿਉਂ ਚਾਲੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ। ਕਿਸੇ ਦੀ ਚਤੁਰਾਈ ਕੰਮ ਨਹੀਂ ਕਰਦੀ। ਰੱਬੀ ਹੁਕਮ ਜਦੋਂ ਹੋ ਜਾਂਦਾ ਹੈ ਨਾ, ਕਿਸੇ ਦੀ ਸਿਆਣਪ ਕੰਮ ਨਹੀਂ ਕਰਦੀ, ਕਿਸੇ ਦੀ ਚਤੁਰਾਈ ਕੰਮ ਨਹੀਂ ਕਰਦੀ। ਜੋ ਉਸ ਦਾ ਹੁਕਮ ਹੈ ਉਹ ਸਭਨਾਂ ਨੂੰ ਮੰਨਣਾ ਪੈਂਦਾ। ਆਪਣੇ ਹੁਕਮ ਦੇ ਵਿੱਚ ਉਹ ਸਭਨਾਂ ਨੂੰ ਚਲਾ ਲੈਂਦਾ ਹੈ। ਉਹਨੂੰ ਚਲਾਉਣੇ ਆਉਂਦੇ ਨੇ ਸਾਰੇ। ਕਿਸੇ ਦੀ ਚਤੁਰਾਈ ਕੰਮ ਨਹੀਂ ਕਰਦੀ। ਫਿਰ ਉੱਥੇ ਇੱਕ ਭਰਮ ਭੁਲਾਏ, ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਮਹਾਰਾਜ ਤੇਰਾ ਖੇਲ ਜਿਹੜੇ ਸਾਡੀ ਸਮਝ ਵਿੱਚ ਨਹੀਂ ਆਉਂਦੇ। ਇੱਕ ਤਾਂ ਭਰਮ ਵਿੱਚ ਪਏ ਹੋਏ ਨੇ, ਉਹ ਸੰਸਾਰਕ ਵਸਤਾਂ ਇਕੱਤਰ ਕਰਨ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਮਰਨ ਵਿਸਾਰਿਆ ਹੋਇਆ। ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ, ਜਾਇਦਾਦ ਵਗੈਰਾ, ਧਨ ਦੌਲਤ, ਇੱਥੇ ਤੱਕ ਉਹ ਸੀਮਿਤ ਨੇ। ਐਸੇ ਭਰਮ ਦੇ ਵਿੱਚ ਉਹ ਪੈ ਗਏ। ਅਤੇ ਇੱਕ ਭਗਤੀ ਵਿੱਚ ਰੱਤੇ ਗਏ। ਇੱਕ ਭਗਤ ਇੱਕ ਐਸੇ ਨੇ ਜਿਨ੍ਹਾਂ ਨੂੰ ਸਾਰੇ ਪਦਾਰਥ ਦਿੱਤੇ ਫਿਰ ਵੀ ਭਗਤੀ ਵਿੱਚ ਰੱਤੇ ਹੋਏ ਨੇ। ਇੱਕ ਐਸੇ ਨੇ ਜਿਨ੍ਹਾਂ ਨੂੰ ਪਦਾਰਥਾਂ ਨੇ ਭੁਲਾਤਾ, ਭਗਤੀ ਵਾਲੇ ਪਾਸੇ ਤੋਂ ਭੁਲਾਤਾ। ਅਤੇ ਇੱਕ ਐਸੇ ਨੇ ਜਿਹਨੇ ਮਿਲਿਆ ਹੀ ਕੱਖ ਨਹੀਂ, ਗਰੀਬੀ ਹੱਦ ਦੀ, ਅੱਤ ਦਰਜੇ ਦੀ ਗਰੀਬੀ, ਪਰ ਭਗਤੀ ਨਹੀਂ ਛੱਡਦੇ ਹੈ। ਇਹ ਤੇਰਾ ਇੱਕ ਅਪਰਪਾਰਾ ਖੇਡ ਹੈ। ਕਹਿੰਦੇ ਜਿਤ ਤੁਧ ਲਾਏ ਤਿਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਹੇ ਪਰਮਾਤਮਾ ਪਰਮੇਸ਼ਰ, ਜਿਵੇਂ ਜਿਵੇਂ ਤੂੰ ਜਿੱਥੇ ਜਿੱਥੇ ਜਿਸ ਨੂੰ ਲਾ ਦਿੱਤਾ ਹੈ ਉਸੇ ਅਨੁਸਾਰ ਉਸਨੇ ਕਰਮ ਕੀਤਾ ਅਤੇ ਜਿੱਦਾਂ ਉਸਨੇ ਕਰਮ ਕਮਾਇਆ ਉੱਦਾਂ ਦਾ ਉਹਨੂੰ ਫਲ ਪ੍ਰਾਪਤ ਕੀਤਾ। ਕਰਮਾਂ ਦੇ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਅਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਾਰਾ ਹੀ ਤੇਰਾ ਇਹ ਖੇਡ ਹੈ। ਤੂੰ ਹੀ ਚਲਾਉਣੇ ਵਾਲਾ ਹੈ।
ਸੇਵਾ ਕਰੀ ਜੇ ਕਿਛ ਹੋਵੈ ਆਪਣਾ ਜੀਓ ਪਿੰਡ ਤੁਮਾਰਾ। ਮੈਂ ਤਾਂ ਸੇਵਾ ਕਰਾਂ ਜੇ ਮੇਰਾ ਕੁਝ ਹੋਵੇ। ਨਾ ਮੇਰਾ ਤਨ ਹੈ ਨਾ ਮਨ ਹੈ। ਜਿੱਦਾਂ ਆਪਾਂ ਮਾਇਆ ਨਾਲ ਸੇਵਾ ਕਰਦੇ, ਮਾਇਆ ਕਿਹੜੀ ਮੇਰੀ ਹੈ। ਕੋਈ ਪਦਾਰਥ ਨਾਲ ਸੇਵਾ ਕਰ ਦੋ, ਗ੍ਰਸਤਾਂ ਨਾਲ ਸੇਵਾ ਕਰਦੇ, ਮੇਰੀ ਥੋੜ੍ਹੀ ਹੈ। ਸੇਵਾ ਤਾਂ ਹੋਵੇ ਜੇ ਮੇਰਾ ਕੁਝ ਹੋਵੇ। ਇਹ ਸਾਰਾ ਕੁਝ ਤੇਰਾ, ਜਿੰਦ ਵੀ ਤੇਰੀ, ਸਰੀਰ ਵੀ ਤੇਰਾ। ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਧਾਰਾ। ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਅਤੇ ਕਿਰਪਾ ਕਰਕੇ ਉਹਨਾਂ ਨੇ ਆਪਣਾ ਅੰਮ੍ਰਿਤ ਨਾਮ ਜਿਹੜਾ ਸਾਨੂੰ ਬਖਸ਼ਿਆ, ਜਿਹੜਾ ਸਾਡਾ ਹੁਣ ਆਧਾਰ ਬਣਿਆ, ਤਨ ਦਾ, ਮਨ ਦਾ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ। ਜਿਸ ਦੇ ਅੰਦਰ ਗੁਰਬਾਣੀ ਵਾਲੇ ਗੁਣਾਂ ਦਾ ਪ੍ਰਕਾਸ਼ ਹੁੰਦਾ, ਉਹਦਾ ਗਗਨ ਅੰਤਰ ਵਿੱਚ ਵਾਸ ਹੁੰਦਾ ਹੈ। ਭਾਵ ਉਹ ਫਿਰ ਦਸਮ ਦਵਾਰ ਵਿੱਚ ਉਸੇ ਦਾ ਹੀ ਵਾਸ ਹੁੰਦਾ ਹੈ। ਗੁਣ ਮੈਂ ਗਿਆਨ ਧਿਆਨ। ਜਿੰਨਾ ਚਿਰ ਸਾਡੇ ਕੋਲ ਸ਼ੁਭ ਗੁਣ ਨਹੀਂ ਹੈ, ਨਾ ਗਿਆਨ ਨਾ ਧਿਆਨ। ਸੋ ਗਿਆਨ ਧਿਆਨ ਵੀ ਗੁਣਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਸੋ ਸ਼ੁਭ ਗੁਣ ਹੋਣ ਫਿਰ ਗਿਆਨ ਧਿਆਨ ਪ੍ਰਾਪਤ ਹੁੰਦਾ। ਨਾਮ ਮਨ ਭਾਵੈ ਕਹਿ ਕਹਾਵੈ ਤਤੋ ਤਤ ਬਖਾਨੈ। ਸੋ ਜਿਸ ਦੇ ਮਨ ਨੂੰ ਨਾਮ ਭਾ ਜਾਂਦਾ, ਸੋ ਉਹ ਫਿਰ ਉਹ ਨਾਮ ਨੂੰ ਕਹਿੰਦਾ ਵੀ ਹੈ, ਜਪਦਾ ਵੀ ਹੈ ਅਤੇ ਜਪਾਉਂਦਾ ਵੀ ਹੈ। ਕਹਿੰਦਾ ਵੀ ਹੈ ਅਤੇ ਕਹਾਉਂਦਾ ਵੀ ਹੈ। ਕਿਉਂ ਕਹਿੰਦਾ ਵੀ ਨਾਮ 'ਚ ਬੜਾ ਆਨੰਦ ਹੈ ਭਾਈ, ਨਾਮ ਜਪੋ। ਤਤੋ ਤਤ ਵਖਾਨੰ। ਸੋ ਉਹ ਤੱਤ ਕੀ ਹੈ? ਪਰਮਾਤਮਾ ਪਰਮੇਸ਼ਰ। ਫਿਰ ਉਸੇ ਦਾ ਹੀ ਉਹ ਵਿਖਿਆਨ ਕਰਦਾ, ਉਸੇ ਦੀ ਹੀ ਗੱਲ ਕਰਦਾ, ਉਸ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ। ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬਉਰਾਨੰ। ਸੋ ਗੁਰੂ ਪੀਰ ਤਾਂ ਸ਼ਬਦ ਹੀ ਹੈ, ਅਤੇ ਗੁਰਬਾਣੀ ਇਹ ਸ਼ਬਦ, ਇਹਦੇ ਵਰਗਾ ਕੋਈ ਡੂੰਘਾ ਨਹੀਂ ਹੈ, ਚੌੜਾ ਨਹੀਂ ਹੈ, ਅਥਾਹ ਹੈ। ਅਤੇ ਸ਼ਬਦ ਤੋਂ ਬਿਨਾਂ ਸਾਰਾ ਜਗਤ ਕਮਲਾ ਹੈ। ਜਿਹਨੂੰ ਤਾਂ ਸ਼ਬਦ ਦੀ ਸੋਝੀ ਆ ਗਈ, ਉਹੀ ਸਿਆਣਾ, ਉਹੀ ਸਮਝਦਾਰ ਹੈ। ਜਿਸ ਨੂੰ ਸ਼ਬਦ ਦੀ ਸੋਝੀ ਨਹੀਂ ਪਈ, ਮਹਾਰਾਜ ਨੇ ਉਹਨੂੰ ਕਮਲਾ ਕਹਿ ਦਿੱਤਾ। ਕਹਿੰਦੇ ਬੌਰਾ ਹੈ ਸਾਰਾ ਸੰਸਾਰ ਬਿਨਾਂ ਸ਼ਬਦ ਤੋਂ। ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨ। ਮਹਾਰਾਜ ਪਾਤਸ਼ਾਹ ਕਹਿੰਦੇ ਸੋ ਉਹ ਭਾਗਾਂ ਵਾਲਾ ਜਿਸ ਨੂੰ ਪੂਰਾ ਬੈਰਾਗ ਆਉਂਦਾ ਹੈ। ਪੂਰਾ ਬੈਰਾਗ ਹੁੰਦਾ ਵੀ ਸੱਚਮੁੱਚ ਦਾ ਬੈਰਾਗ, ਤਨੋ ਮਨੋ ਬੈਰਾਗੀ ਹੋ ਗਿਆ ਉਹ। ਸੋ ਉਹਦੇ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਭਾਗਾਂ ਵਾਲਾ। ਅਤੇ ਉਹੀ ਸਹਿਜ ਵਿੱਚ ਆਉਂਦਾ, ਉਹੀ ਟਿਕਾ ਬਣਦਾ ਉਸਦਾ, ਉਹੀ ਟਿਕਦਾ। ਸੱਚ ਨਾਨਕ ਮਨ ਮਾਨ। ਉਸੇ ਦਾ ਹੀ ਜਿਹੜਾ ਮਨ ਹੈ ਉਹ ਸੱਚ ਦੇ ਉੱਤੇ ਮੰਨਦਾ। ਸੱਚ ਕੀ ਹੈ? ਸੱਚ ਇਹੋ ਹੀ ਹੈ ਭਾਈ, ਇਸ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ, ਇਹ ਸੱਚਾਈ ਹੈ। ਇਸ ਸੰਸਾਰ 'ਤੇ ਰਹਿਣਾ, ਇਸ ਨੂੰ ਮਹਾਰਾਜ ਨੇ ਝੂਠ ਆਖਿਆ। ਕਹਿੰਦੇ ਸੰਸਾਰ ਵੀ ਝੂਠਾ, ਇਹਦੀ ਪ੍ਰੀਤ ਵੀ ਝੂਠੀ, ਵਸਤਾਂ ਵੀ ਝੂਠੀਆਂ। ਸੱਚਾਈ ਇਹੋ ਹੀ ਹੈ ਵੀ ਇੱਥੋਂ ਉੱਠ ਕੇ ਇੱਕ ਦਿਨ ਤੁਰਨਾ ਹੀ ਤੁਰਨਾ, ਜਾਣਾ ਹੀ ਜਾਣਾ। ਸੱਚ ਇੱਕ ਪਰਮਾਤਮਾ ਹੈ, ਗੁਰੂ ਹੈ, ਉਹਦਾ ਨਾਮ ਸੱਤ ਹੈ। ਬਾਕੀ ਸਾਰਾ ਸੰਸਾਰ ਹੀ ਕਹਿੰਦੇ ਝੂਠ ਹੀ ਝੂਠ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸੋ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਠੀਕ 10 ਵਜੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਸੋ ਗੁਰਦੁਆਰਾ ਸਿੰਘ ਸਭਾ ਰੈਂਟਨ ਇਹ ਬੀਬੀਆਂ ਦੇ ਜਥੇ ਵੱਲੋਂ ਸੋ ਹਰ ਇੱਕ ਪ੍ਰਕਾਸ਼ ਗੁਰਪੁਰਬ 'ਤੇ ਸੇਵਾ ਹੁੰਦੀ ਹੈ। ਪਾਲਕੀ ਸਾਹਿਬ ਦੇ ਵਿੱਚ ਹੀ ਸੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਅਤੇ ਉਸ ਤੋਂ ਬਾਅਦ ਫਿਰ 19 ਤਰੀਕ ਨੂੰ ਫਿਰ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਉਹ ਧਰਮ ਸਿੰਘ ਖਿੰਡਾ, ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਹਰ ਸਾਲ ਹੀ ਉਹ ਪਰਿਵਾਰ ਸੇਵਾ ਲੈਂਦਾ। ਅਤੇ 9 ਵਜੇ ਆਪਾਂ ਭੋਗ ਦੇ ਸਲੋਕ, ਸਹਿਜ ਪਾਠ ਦੇ ਸਲੋਕ ਸੋ ਗੁਰਮ ਪਿਆਰੇ ਪਰਮਜੀਤ ਸਿੰਘ ਜੀ ਪ੍ਰਹਾਰ, ਉਹਨਾਂ ਨੂੰ ਯਾਦ ਕਰਦੇ ਹਾਂ। ਅਤੇ 9 ਵਜੇ ਆਪਾਂ ਉਹ ਸਲੋਕ ਆਰੰਭ ਕਰਾਂਗੇ ਜੀ।
ਸੋ ਸਾਰੀਆਂ ਸੰਗਤਾਂ ਨੇ ਸੋ ਗੁਰੂ ਕੀ ਸੰਗਤ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਗੁਰੂ ਕਾ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵ ਹਰੀ ਘੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਸਭ ਨਾਂ ਗੱਲਾਂ ਸਮਰਾ ਸੁਆਮੀ ਸੋਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਟਾਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਹੂੰ ਆਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੋਤ ਦਵਾਸ ਕੀਤੇ ਕਾਲ ਕੰਠ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰਖੇ ਲਾਗੇ। ਕਹਿ ਨਾਨਕ ਤੈਸ ਕਹੋ ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੈ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੋਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਹਾ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈੜ ਦਾਸ ਜੀਓ ਪਿੰਡ ਸਭ ਤੇਰੀ ਆਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਨੇਰੇ। ਜਾਣੇ ਤੁਮਰਾ ਅੰਤ ਉਚਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਤਾਰੀ। ਤੁਮ ਤੇ ਹੋਏ ਸੋ ਆਗਿਆਕਾਰ। ਤੁਮਰੀ ਗਤ ਨਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਗੁਰਬਾਣੀ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਕੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹ। ਅਰਥਮ ਭਗਵਤੀ ਸਿਮਲ ਕੈ ਗੁਰੂ ਨਾਮ ਧਿਆਏ। ਅੰਗਦ ਗੁਰ ਤੇ ਅਰਦਾਸ ਰਾਮਦਾਸ ਸਾਹਿਬ ਸਿਖਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ। ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਕੇ ਸਭ ਏਕ ਬਹਾਦਰ ਸਿਮਰਿਆ ਕਰਨਾਉ ਤੇ ਆਵੇ ਧਾਰੇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਤੇ ਖਾਲਸਾ ਜੀ। ਗੁਰੂ ਜੀ ਵਾਹਿਗੁਰੂ। ਪੰਜਾਂ ਪਿਆਰਿਆਂ 64 ਸਾਹਿਬਜ਼ਾਦਿਆਂ 40 ਮੁਕਤਿਆਂ ਇਕੱਠੀਆਂ ਜਪੀਆਂ ਤਪੀਆਂ ਸਿੱਧ ਗਵਾਨ। ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਤੇ ਵਾਹੀ ਦੇ ਧਿਆਨ ਕੀਤਾ। ਤਿਨਾਂ ਪਿਆਰਿਆਂ ਸੱਚਿਆਰਿਆਂ ਧਿਆਨ ਤੇ ਖਾਲਸਾ ਜੀ। ਗੁਰੂ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਬੰਦ ਕਰਵਾਏ। ਕੋਕੜੀਆਂ ਦੀਆਂ ਚੜੇ ਕਮਾਰੀਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਹਾਰਿਆ ਸਿੱਖੀ ਸਦਾ ਤੇ ਸਾਸਵਾ ਸਮਾਨ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਗੁਰੂ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਗੁਰੂ ਜੀ ਵਾਹਿਗੁਰੂ। ਵਰਤਮਾਨ ਸੰਗਤ ਖਾਲਸਾ ਜੀ ਕੀ ਅਰਦਾਸ। ਸਰਬਤ ਖਾਲਸਾ ਜੀ ਕੋ ਨਾਮ ਚਿਤ ਆਵੇ। ਸਰਖਾਂ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਰਦਾ ਤੋਂ ਰਚਿਆ ਰਿਹਾ। ਦੇਖ ਦੇਖ ਫਤਿਹ ਵਰਤ ਕੀ ਕਰ ਪਾਪੀ ਜੀ ਸਹਿਬ ਜੀ ਸਹਾਇ। ਖਾਲਸਾ
ਵਾਹਿਗੁਰੂ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ਼ਨਾਨ ਚੌਂਕੀਆਂ ਝੰਡੇ ਹੋ ਗਏ ਗੁਰੂ ਜੀ ਦਾ ਧੰਨ ਕਰ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਵੀ ਮਾਤ ਜੀ ਮਤ ਪਾਕੀ ਰੱਖਿਆ ਮਹਾਰਾਜ ਜੀ ਆਪ ਜੀ ਦੀ ਅਪਾਰ ਵੇਖ ਕਰਿਆ ਬਖਸ਼ੀ ਦਾ ਸਤਿਕਾਰ ਤੇ ਪਾਸ਼ਾ ਦੇ ਦੇ ਦੀਵਾਰ ਸਜੇ ਦੀਵਾਰ ਅੰਦਰ ਦੇ ਤਨੇਮ ਦੀਆਂ ਬਾਣੀਆਂ ਤੇ ਜਾਪ ਹੋਈ ਆਸ਼ਾ ਦੀ ਦੀਵਾਰ ਦੇ ਕੇ ਸ਼ਬਦ ਦੀ ਵਿਚਾਰ ਆਨੰਦ ਸਾਹਿਬ ਦੀਆਂ ਛੇ ਪੌੜੇ ਦੀ ਜਾਪ ਤੇ ਪਾਣੀ ਦਾ ਆਤਮ ਆਈਆਂ ਸੰਤਾਂ ਨੂੰ ਬਖਸ਼ਣਾ ਤੇ ਔਰ ਆਏ ਦਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਪੂਰਨ ਪ੍ਰਸਾਦ ਦੀਆਂ ਬਖਸ਼ੀਆਂ ਦਾ ਦਾਤਾ ਪ੍ਰਾਪਤ ਸ਼ਾਦੀ ਦੀ ਭਜਨ ਨੇ ਕਰੀ ਪਾਕ ਸਤ ਸੋਚ ਦੇ ਤਰਾਮ ਦਾ ਉਪਕਾਰੀ ਸ਼ਾਸਨ ਤੇ ਜੋ ਜੀ ਸ਼ਕੇ ਆਪ ਦਾ ਨਾਮ ਤੇ ਪਾਵਨ ਬਖਸ਼ੋ ਸੰਤਾਂ ਨੂੰ ਨਾਮ ਕਰੋ ਜੀ ਸੈਂਕ ਪਿਆਰ ਮਿਲਣ ਦੇ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਕੇ ਯਕਾਲ ਕੀ ਤਵੇ ਚਲਾਇ ਪੰਥ ਗੁਰੂ ਮਾਨਿਓ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਉਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਕੀ ਸੋਏ ਸੀਸ ਗੁਰੂ ਕਲਕੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੋ ਟਲ ਗੁਰ ਸੇਵੀਆ ਅਹਨ ਸਹਿ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ। ਬਿਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ। ਹਰ ਆਪੇ ਹੀ ਮਤ ਦੇਵ ਹੈ ਸੁਆਮੀ ਹਰ ਆਪੇ ਬੋਲ ਬੁਲਾਵੈ। ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ। ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।